ਪ੍ਰੈਸ ਵਾਲੇ ਇੱਥੇ ਆਏ ਹੋਏ ਨੇ। ਥੈਂਕ ਯੂ ਸੋ ਮਚ ਫॉर ਕਮਿੰਗ ਐਂਡ ਬਾਕੀ ਮੇਰੇ ਡਾਕਟਰ ਸਾਹਿਬਾਨ ਤੇ ਚੀਫ ਗੈਸਟ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਦਿਸ press conference is about ਪਲਮੋ ਡਿਪਾਰਟਮੈਂਟ ਇਹਨਾਂ ਦਾ ਜਿਹੜਾ ਸੇਵਾ ਦਾ ਪੇਸ਼ੈਂਟ ਦੇ ਪ੍ਰਤੀ ਹੈਗਾ, ਇਹ ਬਹੁਤ ਹੀ ਚੰਗੀ ਤਰ੍ਹਾਂ ਸੇਵਾ ਨਿਭਾ ਰਹੇ ਨੇ ਇੱਥੇ ਹਸਪੀਟਲ ਦੇ ਵਿੱਚ। ਅੱਗੇ ਕੁਛ ਉਪਰਾਲਾ ਸਾਡੇ CEO ਸਾਹਿਬ ਨੇ ਲਿਆ ਹੈਗਾ, ਇਹਨਾਂ ਨੂੰ ਸ਼ਾਮ ਦੀ OPD ਕਲੀਨਿਕ ਆਪਾਂ ਸ਼ੁਰੂ ਕਰਨ ਜਾ ਰਹੇ ਹੈਗੇ ਪਲਮੋ ਦੇ ਡਿਪਾਰਟਮੈਂਟ ਦੇ ਵਿੱਚ। ਸੋ ਮੈਂ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਵੀ ਥੈਂਕ ਯੂ, ਤੁਸੀਂ ਪੇਸ਼ੈਂਟਸ ਨੂੰ ਇਸੇ ਤਰ੍ਹਾਂ ਹੀ ਕੇਅਰ ਕਰਦੇ ਹੋ। ਥੈਂਕ ਯੂ ਜੀ। मैं रिक्वेस्ट करांगी साडे चीफ गेस्ट मिस्टर करमवीर सिंह ADCP फॉर लुधियाना कि एक बार तुसी भी ਜਿਹੜੇ ਪ੍ਰੈਸ ਮੈਂਬਰਸ ਨੇ ਉਹਨਾਂ ਨਾਲ ਇੱਕ ਵਾਰੀ ਰੂਬਰੂ ਹੋ ਕੇ ਤੁਸੀਂ ਆਪਣੇ ਜਿਹੜੇ ਬਿਆਨ ਨੇ ਉਹ ਦੇ ਸਕਦੇ। I thank the entire team of SBS Apollo Hospital for inviting me here in this inauguration occasion. मैं सारी टीम ਨੂੰ ਬਹੁਤ ਮੁਬਾਰਕਬਾਦ ਦਿੰਦਾ। ਰੈਸਪੀਰੇਟਰੀ ਡਿਪਾਰਟਮੈਂਟ ਦੇ ਵਿੱਚ ਇੱਕ ਵਾਧਾ ਅੱਜ ਹੋ ਰਿਹਾ ਹੈ। ਇਹ ਇੱਕ ਸਮਾਜ ਦੇ ਵਿੱਚ ਸੋਸ਼ਲ ਸਰਵਿਸ ਸਭ ਤੋਂ ਵੱਡੀ ਹੈ ਹੈਲਥ ਕੇਅਰ ਸੈਗਮੈਂਟ ਦੇ ਵਿੱਚ। ਰੈਸਪੀਰੇਟਰੀ ਐਂਡ ਪਲਮੋਨੋਲੋਜੀ ਡਿਪਾਰਟਮੈਂਟ ਦੇ ਵਿੱਚ ਜਿਹੜਾ ਐਸਮਾ ਐਂਡ ਐਲਰਜੀ ਸੈਂਟਰ ਦੇ ਵਿੱਚ ਜਿਹੜਾ ਐਸਮਾ ਐਂਡ ਐਲਰਜੀ ਕਲੀਨਿਕ ਖੋਲ੍ਹਿਆ ਜਾ ਰਿਹਾ। ਆਈ ਹੈਵ ਹਰਡ ਦਿਸ ਇਜ਼ ਦ ਫਸਟ ਸੈਂਟਰ ਇਨ ਇੰਟਾਇਰ ਨਾਰਥ ਇੰਡੀਆ ਐਂਡ ਇਹ ਬਹੁਤ ਵੱਡੀ ਸਫਲਤਾ ਹੈਗੀ ਹੈ ਸੈਂਟਰ ਵਾਸਤੇ ਅਤੇ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਇਸੇ ਤਰੀਕੇ ਨਾਲ ਸਾਰੀ ਟੀਮ ਸੋਸ਼ਲ ਸਰਵਿਸ ਕਰੇ ਅਤੇ ਪੇਸ਼ੈਂਟਸ ਵਾਸਤੇ ਲੋਕਾਂ ਵਾਸਤੇ ਇਹ ਸਮਾਜ ਸੇਵਾ ਦਾ ਸਭ ਤੋਂ ਵੱਡਾ ਉਪਰਾਲਾ। ਥੈਂਕ ਯੂ। Breathe freely. So thank you everyone and for joining us today, and we really hope that we are able to make a difference when it comes to asthma treatment and asthma awareness. Thank you so much. सिम्पटम ਕੀ ਹੈ ਮੇਨ ਅਗਰ ਕਿੱਥੋਂ ਪਤਾ ਲੱਗਦਾ ਕਿ ਹੋ ਸਕਦਾ? So asthma पहला तो बीमारी समझना बहुत ज़रूरी है कि एजमा फेफड़ियां तो बीमारी नहीं है। एजमा एक्चुअली साह दी नालियां दी बीमारी है। तो जब किसी ਨੂੰ एजमा ਹੁੰਦਾ है उसਨੂੰ एजमा ਦਾ अटैक सुनिया होगा, ਉਹਨੂੰ जी अस्थमा ਦਾ अटैक हो गया है ना, ਉਹਨੂੰ एकदम ਸਾਹ रुक गया। तो ਸਾਹ ਚੜਨਾ, ਸਾਹ ਦੀ ਨਾਲੀਆਂ ਵਿੱਚ ਸੋਜਿਸ਼ ਹੋ ਜਾਂਦੀ ਇੰਨੀ ਜ਼ਿਆਦਾ ਕਿ ਰਸਤਾ ਰੁਕ ਜਾਂਦਾ ਹੈ ਜਾਂ ਸੋਜਿਸ਼ ਦੇ ਨਾਲ ਇੱਕ ਰਿਐਕਸ਼ਨ ਹੁੰਦਾ ਬੋਡੀ ਦਾ, ਬਹੁਤ ਸਾਰੀ ਬਲਗਮ ਆਣੀ ਸ਼ੁਰੂ ਹੋ ਜਾਂਦੀ ਹੈ। ਇੰਨੀ ਬਲਗਮ ਆਉਂਦੀ ਕੁਝ ਨਾਲ ਮੈਂ ਤਾਂ ਫੇਫੜੇ ਬਾਹਰ ਨਿਕਲ ਜਾਣੇ ਖਾਂਸੀ कर करके। साह चढ़ना, बलगम आना, खांसी रहनी और टिपिकली सफोकेशन, चेस्ट टाइटनेस या छाती चो आवाज़ आनी। तो ये बड़े टिपिकल सिम्पटम्स ने एजमा के। खास तौर पर जो कोई कहना कि रात में होंगी है दिक्कत या सवेरे आई लगता जिवें दम घुट रहा, तो ये पेशेंट को हमेशा एजमा की जरूर असीं चैक करना साड़ी प्रायोरिटी रहिंदी है। तो फर्दर असीं एजमा की फिर टेस्ट करते हैं देखने के लिए कि सच्ची एजमा है या कोई होर दिक्कत है, क्योंकि गलत लेबल गलत डायग्नोसिस मीन पेशेंट की बीमारी छुट भी जानी, निकल भी जानी और गलत इलाज और टाइम खराब होना, जिनमें लंग का डैमेज चालू रहेगा। हाई बीपी ज़्यादा पेशेंट में ज़्यादा अस्थमा प्रॉब्लम ज़्यादा आ जाती है, तो किस तरह से उस सर्दियों में किस तरह ध्यान रखना चाहिए था? ਹਾਈ ਬੀਪੀ ਹਾਈ ਬੀਪੀ ਦੇ ਨਾਲ ਅਸਥਮਾ ਦੀ ਪ੍ਰੋਬਲਮ ਤਾਂ ਨਹੀਂ ਆਉਂਦੀ ਜੀ। ਹਾਈ ਬੀਪੀ ਇਜ਼ ਅ ਟੋਟਲੀ ਡਿਫਰੈਂਟ ਥਿੰਗ। ਬੀਪੀ ਦਾ ਰਹਿਣਾ, ਅਸਥਮਾ ਇੱਕ ਇਸ ਤਰ੍ਹਾਂ ਦਾ ਹੈ ਕਿ ਨੈਰੋਇੰਗ ਆਫ ਆਵਰ 에ਅਰਵੇਜ਼, ਜਿਹਦੇ ਨਾਲ ਇਨਫਲੇਮੇਸ਼ਨ ਹੁੰਦੀ ਹੈ, 에ਅਰਵੇਜ਼ ਨੈਰੋ ਹੋ ਜਾਂਦਾ ਤੇ ਇੱਕ ਵਿਸਲਿੰਗ ਸਾਊਂਡ ਆਉਂਦੀ ਹੈ। ਤੁਸੀਂ ਵੈਸੇ ਵੀ ਕਈ ਵਾਰ ਸੁਣਿਆ ਹੋਗਾ, ਇਸ ਤਰ੍ਹਾਂ ਦੀ ਆਵਾਜ਼ ਆਉਂਦੀ ਹੈ, ਜਿਸ ਦੇ ਕਰਕੇ ਅਸੀਂ ਉਹਦਾ ਡਾਇਗਨੋਸ ਕਰਦੇ ਹਾਂ ਅਸਥਮਾ। ਉਹਦੇ ਲਈ ਦੋ ਟੈਸਟ ਨੇ ਜਿਹੜੇ, ਪਹਿਲਾਂ ਫੂਕ ਮਾਰ ਕੇ ਪਲਮਨਰੀ ਲੰਗ ਫੰਕਸ਼ਨ ਟੈਸਟ ਜਿਹੜਾ ਆਮ ਹੁੰਦਾ ਹੈਗਾ ਆਪਾਂ ਦੇਖਦੇ ਹਾਂ। ਉਸ ਦੇ 'ਚ ਕਿਤੇ ਨਾ ਕਿਤੇ ਕਾਫੀ ਪ੍ਰੋਬਲਮ ਸੀ, ਉਹ ਪ੍ਰੋਪਰ ਬੱਚਿਆਂ 'ਚ ਨਹੀਂ ਕਰ ਪਾਉਂਦੇ ਸੀ, ਬਜ਼ੁਰਗ ਲੋਕ ਨਹੀਂ ਕਰ ਪਾਉਂਦੇ ਸੀ। ਉਸ ਨੂੰ ਦੇਖਣ ਦੇ ਲਈ ਸਾਡੇ ਕੋਲ ਬੜਾ ਐਡਵਾਂਸ ਟੈਸਟ ਹੈ ਜਿਹੜਾ ਆਈ ਥਿੰਕ ਲੁਧਿਆਣਾ 'ਚ ਹੋਰ ਕਿਤੇ ਹੈ ਵੀ ਨਹੀਂ ਹੈਗਾ। ਦੈਟ ਇਜ਼ ਏ IUS, ਇੰਪਲਸਿਵ ਆਕਸੀਲੋਮੈਟਰੀ, ਵਿਚ ਇਜ਼ ਅ ਵੈਰੀ ਐਡਵਾਂਸ, ਜਿਸ ਤੁਸੀਂ ਕੁਛ ਨਹੀਂ ਕਰਨਾ, ਸਿੰਪਲ ਉਸਨੂੰ ਅਸੀਂ ਮੂੰਹ 'ਚ ਰੱਖਣਾ ਗਾ ਅਤੇ ਉਸਨੇ ਆਪਣੇ ਆਪ ਹੀ ਸਿਸਟਮ ਨੂੰ ਲੈ ਕੇ ਸਾਡੇ ਲੰਗਸ ਦੀ ਕੀ ਫੰਕਸ਼ਨਿੰਗ ਆ ਉਹਨੂੰ ਡਿਟੈਕਟ ਕਰ ਲੈਣਾ, ਵੈਦਰ ਯੂ ਆਰ ਹੈਵਿੰਗ ਨੈਰੋਇੰਗ ਆਫ ਯੂਅਰ 에ਅਰਵੇਜ਼ ਔਰ ਨੋਟ। ਇਹ ਬੜਾ ਐਡਵਾਂਸ ਟੈਸਟ ਆ ਅਤੇ ਇਹ ਮੇਰਾ ਖਿਆਲ ਲੁਧਿਆਣੇ 'ਚ ਹੋਰ ਕਿਤੇ ਹੁੰਦਾ ਵੀ ਨਹੀਂ ਹੈਗਾ। ਸਾਡੇ ਸਤਿਗੁਰੂ ਜੀ ਦੇ ਕਰਕੇ, ਉਹਨਾਂ ਦੀ ਬਲੈਸਿੰਗ ਦੇ ਕਰਕੇ ਸਾਨੂੰ ਉਹ ਮਤਲਬ ਮਸ਼ੀਨ ਮਿਲੀ ਹੋਈ ਹੈ। ਕਾਫੀ ਕੋਸਟਲੀ ਮਸ਼ੀਨ ਹੈ।
ਫਿਰ ਸਾਡੇ ਜਿਹੜੇ ਹੋਰ ਟੈਸਟ ਨੇ ਜਿਵੇਂ ਚਾਹੇ ਬ੍ਰੋਂਕੋਸਕੋਪੀ ਹੋਇਆ, ਇਬਸ ਹੋਇਆ, that is which is not available even in DMC. IBS is not even available in DMC. ਉਹ ਸਾਡੇ ਇੱਥੇ ਹੁੰਦੇ ਨੇ ਐਂਡ ਫਰੋਮ ਦਾ ਲਾਸਟ 4 years we are doing these tests ਐਂਡ ਇਹ ਟ੍ਰੀਟਮੈਂਟ ਵੀ ਨੇ ਕਿਤੇ ਨਾ ਕਿਤੇ ਤੇ ਟੈਸਟ ਵੀ ਅਸੀਂ ਇਹਨਾਂ ਨਾਲ ਕਰਦੇ ਹਾਂ and we are having I think 100% result and 0% complications in all these things. ਅਸਥਮਾ ਦਾ ਇਲਾਜ ਹੈ, ਅਸਥਮਾ ਦੀ ਟ੍ਰੀਟਮੈਂਟ ਹੈਗੀ ਹੈ, ਉਸੇ ਦੇ ਲਈ ਅਸੀਂ ਕਹਿ ਰਹੇ ਹਾਂ ਕਿ ਅਸਥਮਾ ਦਾ ਹੁਣ ਜਿਹੜਾ ਅਸੀਂ ਸਿਸਟਮ ਹੈ ਚਾਹੇ ਉਹ ਇਮਿਊਨੋਲੋਜੀਕਲ ਏਜੰਟਸ ਨੇ ਉਹ 'ਚ ਸਾਡਾ ਜਿਹੜਾ ਅਲਰਜੈਂਸ ਲੈਵਲ ਆ ਹਾਈਪਰ ਸੈਂਸਿਟਿਵਿਟੀ ਲੈਵਲ ਆ ਉਹ ਕਾਫੀ ਹੱਦ ਤੱਕ ਡਿਕਰੀਜ਼ ਹੋ ਜਾਂਦਾ ਗਾ। ਇਸ ਸੈਕਟਰ ਜਿਹੜਾ ਮਰਜ਼ੀ ਹੋਵੇ ਏਜ ਫੈਕਟਰ ਦੇ ਨਾਲ ਨਹੀਂ ਹੈਗਾ ਜੀ, ਉਸਦੀ ਪ੍ਰੈਜ਼ੈਂਟ ਸਟੇਟਸ ਕੀ ਹੈ। 70 ਆਫਟਰ 80 ਦੇਖੋ ਜਿੰਨਾ ਯੰਗ ਪੇਸ਼ੈਂਟ ਹੈ ਜੀ ਉਹਦਾ ਰਿਜ਼ਲਟ ਅੱਛਾ ਹੈਗਾ, ਜਿੰਨੀ ਲੰਗਸ ਖਰਾਬ ਨਹੀਂ ਹੋਏ ਉਹਨਾਂ ਅੱਛਾ ਰਿਜ਼ਲਟ ਮਿਲੇਗਾ, ਜਦੋਂ ਲੰਗਸ ਕਾਫੀ ਡੈਮੇਜ ਹੋ ਗਏ ਤਾਂ ਉਹਦਾ ਰਿਜ਼ਲਟ ਉਨਾ ਹੀ ਅੱਛਾ ਨਹੀਂ ਮਿਲੇਗਾ। ਇਸ ਲਈ ਅਸੀਂ ਕਿਹਾ ਜਾਂਦਾ ਕਿ ਪੇਸ਼ੈਂਟ ਨੂੰ ਕਿ अर्ਲੀ ਇਨਵੈਸਟੀਗੇਸ਼ਨ ਔਰ अर्ਲੀ ਡਾਇਗਨੋਸਿਸ ਮੋਰ ਇੰਪੋਰਟੈਂਟ। lungs are a very beautiful organ. ਅਗਰ ਤੁਹਾਡੇ lungs 30-35% ਤੱਕ ਵੀ ਕੰਮ ਕਰ ਰਹੇ ਹੈ ਨਾ, ਸਾਹ ਦੀ ਨਾਲੀਆਂ ਉਨੀਆਂ ਬਲੌਕ ਨਹੀਂ ਹੈ ਤਾਂ ਤੁਹਾਨੂੰ ਪਤਾ ਨਹੀਂ ਲੱਗੇਗਾ ਕਿ ਦਿੱਕਤ ਕਿੰਨੀ ਹੈ। ਔਰ ਸਪੈਸ਼ਲੀ ਬਜ਼ੁਰਗਾਂ 'ਚ ਕੀ ਹੁੰਦਾ ਨਾ ਉਹ ਤੁਰਦੇ ਨਹੀਂ ਆ ਉਹਨਾਂ ਕਿਉਂਕਿ ਗੋਡਿਆਂ ਦੀ ਪ੍ਰੋਬਲਮ ਜਾਂ ਹਾਰਟ ਪ੍ਰੋਬਲਮ ਪਤਾ ਹੀ ਨਹੀਂ ਲੱਗਦਾ ਕਿ ਲੰਗਸ ਵੀ ਡੈਮੇਜ ਹੋ ਰਹੇ ਉਹਨਾਂ ਲੱਗਦਾ ਕਿ ਜੇ ਸਾਹ ਚੱਲ ਰਿਹਾ ਹੈ ਉਹ ਹਾਰਟ ਕਰਕੇ ਹੋਏਗਾ ਜਾਂ ਤੁਰ ਨਹੀਂ ਰਹੇ ਤਾਂ ਉਹਨੂੰ ਲੱਗਦਾ ਕਿ ਲੰਗਸ ਦਾ ਠੀਕ ਹੀ ਹੈ, ਕਪੈਸਿਟੀ ਟੈਸਟ ਹੀ ਨਹੀਂ ਹੋ ਰਹੀ ਨਾ। ਇਸੇ ਲਈ ਜਿਹੜਾ ਸਾਹ ਦਾ ਟੈਸਟ ਹੈ ਉਹਦੀ ਬਹੁਤ ਜ਼ਿਆਦਾ ਵੈਲਿਊ ਹੈ। ਐਂਡ ਏਜ ਨਾਲ ਜੋ ਪ੍ਰੋਬਲਮ ਹੈ ਉਹ ਇਹ ਹੈ ਕਿ ਇੱਕ ਤਾਂ ਲੰਗ ਵੋਲਿਊਮ ਕੁਝ ਏਜ ਨਾਲ ਲਾਸ ਹੋਏਗਾ, ਫੰਕਸ਼ਨ ਲਾਸ ਹੋਏਗਾ। ਦੂਸਰਾ ਕਿ ਜਿੰਨਾ ਲੇਟ ਡਾਇਗਨੋਸਿਸ ਹੋਏਗਾ ਉਹਨੇ ਵਿੱਚ ਕੁਝ ਪਰਮਾਨੈਂਟ ਇਰਰਿਵਰਸਿਬਲ ਲਾਸ ਆਫ ਲੰਗ ਫੰਕਸ਼ਨ ਹੋ ਜਾਏਗਾ, ਪਰਮਾਨੈਂਟ ਕੁਝ ਡੈਮੇਜ ਹੋ ਜਾਏਗਾ। ਇਸ ਲਈ ਬੜਾ ਜ਼ਰੂਰੀ ਹੈ ਕਿ ਪਹਿਲਾਂ ਉਹਦਾ ਟੈਸਟ ਹੋਏ ਔਰ ਟਾਈਮਲੀ ਉਹਦਾ ਡਾਇਗਨੋਸਿਸ ਹੋ ਸਕੇ ਔਰ ਉਹਦਾ ਇਲਾਜ ਸ਼ੁਰੂ ਹੋ ਸਕੇ। ਹਾਰਟ ਐਂਡ ਲੰਗਸ ਆਰ ਕਨੈਕਟਡ। ਐਕਚੁਅਲੀ ਜਦੋਂ ਉਹਦਾ ਸਾਹ ਠੀਕ ਹੋ ਜਾਂਦਾ ਤਾਂ ਉਹਦਾ ਬੀਪੀ ਆਟੋਮੈਟਿਕਲੀ ਆਪਣੇ ਆਪ ਠੀਕ ਹੋ ਜਾਂਦਾ। ਐਕਚੁਅਲੀ ਐਜ਼ਮਾ ਟ੍ਰੀਟ ਕਰੋਗੇ ਤੁਸੀਂ ਤਾਂ ਬੀਪੀ ਦਾ ਜਿਹੜਾ ਲਾਸ ਆਫ ਕੰਟਰੋਲ ਹੈ ਉਹ ਠੀਕ ਹੋ ਜਾਏਗਾ। ਸਰਦੀਆਂ 'ਚ ਗ੍ਰਾਮ ਵੱਧ ਜਾਂਦਾ ਅਸਥਮਾ ਦਾ, ਸਰਦੀਆਂ 'ਚ ਗ੍ਰਾਮ ਵੱਧ ਰਹੀ ਕਿ ਵੱਧਦੀ ਹੋਵੇ। ਪ੍ਰੀਵੈਂਸ਼ਨ ਦੇ ਲਈ ਇੱਕ ਤਾਂ ਜੀ ਅਲਰਜਨ ਦੀ ਅਵੋਇਡੈਂਸ, ਜਿਸ ਚੀਜ਼ ਜਿਹੜੀ ਸਾਨੂੰ ਟ੍ਰਿਗਰ ਕਰ ਰਹੀ ਹੈ ਉਹਦੀ ਅਵੋਇਡ ਅਸੀਂ ਕਰੀਏ। ਫਿਰ ਜਿਹੜੀ ਸਾਡੀ ਮੈਡੀਸਨ ਆ ਉਹਨੂੰ ਅਸੀਂ ਰੈਗੂਲਰ ਆਪਣੀ ਜੋ ਵੀ ਮੈਡੀਸਨ ਆ ਉਹਨੂੰ ਅਸੀਂ ਰੈਗੂਲਰ ਰੱਖੀਏ। ਤੀਸਰਾ ਫਿਰ ਚੀਜ਼ਾਂ ਨੇ ਜਿਵੇਂ ਕੁਛ ਵੈਕਸੀਨੇਸ਼ਨ ਹੈ, ਇਨਫੈਕਸ਼ਨ ਇਹਨੂੰ ਟ੍ਰਿਗਰ ਕਰਦੀ ਹੈ ਤਾਂ ਕਿ ਅਸੀਂ ਪ੍ਰੀਵੈਂਟਿਵ ਸ਼ਾਟਸ ਲਗਾ ਸਕੀਏ, ਚਾਹੇ ਨਿਮੋਕੋਕਲ ਵੈਕਸੀਨ ਆ, ਫਲੂ ਵੈਕਸੀਨ ਆ, ਤਾਂ ਕਿ ਬਾਰ-ਬਾਰ ਸਾਨੂੰ ਇਨਫੈਕਸ਼ਨ ਨਾ ਹੋਵੇ ਕਿਉਂਕਿ ਜਦੋਂ ਇਨਫੈਕਸ਼ਨ ਹੋਣੀ ਇਹਨੇ ਟ੍ਰਿਗਰ ਕਰ ਜਾਣਾ ਅਸਥਮਾ ਨੂੰ। ਇਹਨਾਂ ਚੀਜ਼ਾਂ ਨਾਲ ਅਸੀਂ ਆਪਣਾ ਬਚਾਅ ਰੱਖ ਸਕਦੇ ਹਾਂ ਬਟ ਫਿਰ ਵੀ ਇਨ ਸਪਾਈਟ ਆਫ ਆਲ ਥੀਸ ਥਿੰਗਸ ਕਈ ਵਾਰ ਅਸਥਮਾ ਦੇ ਅਟੈਕ ਹੁੰਦੇ ਨੇ ਤਾਂ ਆਪਣੀ ਇੱਕ ਵਾਰ ਕੰਸਲਟ ਜ਼ਰੂਰ ਕਰਾਓ ਡਾਕਟਰਸ ਨੂੰ ਤੇ ਹਰੇਕ ਦੀ ਇੰਡੀਵਿਜੂਅਲ ਵੇਰੀਏਸ਼ਨਸ ਰਹਿੰਦੀਆਂ ਨੇ, ਉਸ ਚੀਜ਼ ਨੂੰ ਦੇਖਿਆ ਜਾਏਗਾ। ਖਾਣ ਪੀਣ ਦਾ ਵੀ ਕੋਈ ਹੈ ਰਿਲੇਟਡ ਫੂਡ ਐਲਰਜੀ ਕਾਫੀ ਕਾਮਨ ਹੈ ਜੀ। ਫੂਡ ਐਲਰਜੀ ਨਾਲ ਹੁੰਦਾ ਜਿਵੇਂ ਪੀਨਟਸ ਵਗੈਰਾ, ਇਹ ਇੰਡੀਵਿਜੂਅਲ ਵੇਰੀਏਸ਼ਨਸ ਆ ਜੀ, ਕਿਸ ਨੂੰ ਕਿਸ ਚੀਜ਼ ਦੇ ਨਾਲ ਹੁੰਦਾ ਇਹ ਉਸਦੇ ਟੈਸਟ ਤੋਂ ਹੀ ਪਤਾ ਲੱਗੇਗਾ। ਇਸ ਨੂੰ ਇੱਦਾਂ ਕਹਿਣਾ ਕਿ ਇਸ ਚੀਜ਼ ਹਰੇਕ ਨੂੰ ਨਹੀਂ ਖਾਣੀ ਚਾਹੀਦੀ, ਹੁਣ ਕਿਸੇ ਨੂੰ ਪੀਨਟਸ ਨਾਲ ਹੁੰਦਾ ਕਿਸੇ ਨੂੰ ਨਹੀਂ ਹੁੰਦਾ। ਸਮਰ ਈਟਿੰਗ ਪੀਨਟ ਜੈਨੇਟਿਕ ਫੈਕਟਰ ਵੀ ਹੈ। ਹਾਂ ਜੈਨੇਟਿਕ ਫੈਕਟਰਸ ਵੀ ਨੇ ਜੀ, ਅਸਥਮਾ ਦੇ ਜੈਨੇਟਿਕ ਫੈਕਟਰਸ ਦੇ ਨਾਲ ਵੀ ਹੁੰਦਾ ਹੈਗਾ ਬਟ ਉਹਨੂੰ ਅਸੀਂ ਕਾਫੀ ਹੱਦ ਤੱਕ ਕੰਟਰੋਲ ਕਰ ਸਕਦੇ ਹਾਂ ਤਾਂ ਕਿ ਜੀਨਸ ਨੂੰ ਤਾਂ ਨਹੀਂ ਆਪਾਂ ਚੇਂਜ ਕਰ ਸਕਦੇ ਪਰ ਆਪਾਂ ਉਹਨਾਂ ਨੂੰ ਕੰਟਰੋਲ ਜ਼ਰੂਰ ਕਰ ਸਕਦੇ ਹਾਂ ਤਾਂ ਕਿ ਉਹਨੂੰ ਬਾਰ-ਬਾਰ ਅਟੈਕ ਨਾ ਹੋਣ, ਉਹ ਇੱਕ ਆਪਣੀ ਹੈਲਦੀ ਲਾਈਫ ਜੀ ਸਕੇ ਤਾਂ ਕਿ ਉਹਨੂੰ ਕੋਈ ਦਿੱਕਤ ਨਾ ਆਵੇ, ਜਿਹੜੀ ਇੱਕ ਰੂਟੀਨ ਦੀ ਐਕਟੀਵਿਟੀਜ਼ 'ਚ ਕੋਈ ਉਹਨੂੰ ਦਿੱਕਤ ਨਾ ਪਵੇ। ਅਸਥਮਾ ਇੱਕ ਪੱਕੀ ਬਿਮਾਰੀ ਹੈ ਜਿਹੜਾ ਪਰਮਾਨੈਂਟ ਹੈ, ਕੋਈ ਇਲਾਜ ਹੈ ਜਾਂ ਇਹ ਲਾਈਫ ਟਾਈਮ ਲੱਗਦਾ ਜਿੰਨੀ ਦੇਰ ਤੱਕ ਅਗਰ 30-35% ਦੀ ਸਾਹ ਦੀ ਨਾਲੀਆਂ ਖੁੱਲੀਆਂ ਨੇ, ਇਵਨ 70% ਆ ਬਲੌਕ ਪਰ ਪਤਾ ਨਹੀਂ ਲੱਗਦਾ ਕਿ ਕਿੰਨੀ ਦਿੱਕਤ ਹੈ ਔਰ ਅਨਫੋਰਚੂਨੇਟਲੀ ਉਹਨੇ ਵਿੱਚ ਪਰਮਾਨੈਂਟ ਡੈਮੇਜ ਕੁਝ ਛੱਡ ਜਾਂਦਾ ਹੈ। ਸੋ ਟੈਸਟ ਕਰਨ ਦੇ ਲਈ ਵੀ ਹੈਵ ਸਮ ਸਕਰੀਨਿੰਗ ਪੈਕੇजेस ਜਿਹੜੇ ਕਿ ਐਸਮਾ ਕਲੀਨਿਕ ਵਿੱਚ ਐਸਮਾ ਐਂਡ ਅਲਰਜੀ ਕੇਅਰ ਕਲੀਨਿਕ ਦੇ ਨਾਲ ਸ਼ੁਰੂ ਕੀਤੇ ਗਏ ਨੇ। ਸੋ ਉਹਦੇ ਵਿੱਚ ਕੰਸਲਟੇਸ਼ਨ ਐਂਡ some blood tests for allergy markers, inflammation markers and allergy cells along with SADA test and X-ray. There's some small packages which are very good for the public. It's a way of our contribution to the public, service to the public कि patients आन ते उन्हां नू ज़्यादा फायदा मिल सके। So if anyone जिन्हों लगता है कि उन्हां नू दिक्कत है, they can take full advantage of these screening packages. ਰੇਟ पैकेजेस है अलग-अलग रेट्स ਦੇ ਨੇ ਸੋ ਉਹ ਫਲੋਟ ਕਰ ਦੇਣਗੇ ਆਨਲਾਈਨ। ਉਹ different ਲਾਂਚ ਕੀਤਾ ਉਹਦਾ ਰੇਟ ਕੀ ਹੈ ਜਿਹੜਾ ਤੁਸੀਂ ਇਹ 'ਚ ਐਕਚੁਅਲੀ ਨਾ ਇਹਦੇ ਵਿੱਚ ਵੀ 3-4 ਪੈਕੇਜ ਨੇ ਜੀ, ਉਹ ਪੈਕੇਜ ਡਿਫਰੈਂਟ ਉਹਦੀ ਕੰਬੀਨੇਸ਼ਨਸ ਨੇ ਉਹ 'ਚ। ਹਾਂ ਸਾਡੀ ਕੋਸ਼ਿਸ਼ ਹੁੰਦੀ ਹੈ ਜਦੋਂ ਵੀ ਕੋਈ ਪੇਸ਼ੈਂਟ ਫੋਨ ਕਰਦਾ ਨਾ ਕਿ ਅਸੀਂ ਆਉਣਾ ਹੈ ਤਾਂ ਅਸੀਂ ਕਹਿੰਦੇ ਹਾਂ ਤੁਹਾਡੇ ਜਿੰਨੇ ਵੀ ਟੈਸਟ ਹੋਏ ਹੈ ਉਹ ਸਾਰੇ ਲੈ ਕੇ ਆਓ
ਤਾਂ ਕਿ ਜਿਹੜੇ ਟੈਸਟ ਹੋ ਚੁੱਕੇ ਆ ਨਾ ਉਹ ਅਸੀਂ ਬਾਰ-ਬਾਰ ਨਾ ਕਰਾਈਏ patient ਨੂੰ। ਤੇ ਉਸ ਹਿਸਾਬ ਨਾਲ ਜਿਹੜਾ ਟੈਸਟ ਹੋ ਚੁੱਕਿਆ ਉਹ ਦੁਬਾਰਾ ਕਿਉਂ ਕਰਵਾਉਣਾ। ਤਾਂ ਪੈਕੇਜ ਜਿਹੜਾ ਉਹ ਪੇਸ਼ੈਂਟ ਦੇ ਲਈ ਸੂਟ ਕਰੇਗਾ, ਜਿਹੜੀ ਟੈਸਟ ਦੀ ਉਹਨੂੰ ਐਕਚੁਅਲੀ ਜ਼ਰੂਰਤ ਹੈ ਉਹੀ ਪੈਕੇਜ ਉਸਨੂੰ ਆਫਰ ਕੀਤਾ ਜਾਏਗਾ। ਟੋਟਲ ਕਿੰਨੇ ਟੈਸਟ ਹੁੰਦੇ ਆ ਜਿਹੜਾ ਮਤਲਬ ਆ ਲੋ ਮਤਲਬ ਠੀਕ ਹੋ ਜਾਵੇ ਉਹ ਬੰਦਾ ਟੋਟਲ? ਸੋ ਟੋਟਲ ਬੰਦਾ ਠੀਕ ਹੋ ਜਾਏ ਬਹੁਤ ਹੀ ਮਤਲਬ ਪੇਸ਼ੈਂਟ ਟੂ ਪੇਸ਼ੈਂਟ ਵੇਰੀ ਕਰੇਗਾ। ਜਿਵੇਂ ਮੈਂ ਦੱਸਿਆ ਕਿ 15 ਤੋਂ ਜ਼ਿਆਦਾ ਕਿਸਮਾਂ ਨੇ ਐਸਥਮਾ ਦੀ, ਸੋ ਡਿਪੈਂਡ ਕਰਦਾ ਉਹਨੂੰ ਦਿੱਕਤ ਕੀ ਹੈ, ਕਿਸ ਟਾਈਪ ਦਾ ਐਸਥਮਾ ਹੈ, ਉਸ ਹਿਸਾਬ ਨਾਲ ਉਹਦਾ ਟ੍ਰੀਟਮੈਂਟ ਹੋਏਗਾ ਤੇ ਉਸ ਹਿਸਾਬ ਨਾਲ ਹੀ ਉਹਦੀ ਟੈਸਟਿੰਗ ਵੀ ਪਲਾਨ ਕੀਤੀ ਜਾਏਗੀ। We're having 4 to 5 type of packages, and its rates also vary from test to package to package. But ਤੁਹਾਡੇ ਥਰੂ ਮੈਂ ਇੱਕ ਹੀ ਗੱਲ ਕਹਿਣਾ ਚਾਹਾਂਗਾ ਕਿ ਕੋਈ ਵੀ ਪੇਸ਼ੈਂਟ ਜਿਹਨੂੰ ਮੇਰੇ ਮੋਰ ਦੈਨ 5 ਡੇਜ਼ ਦੀ ਕਫ ਰਹਿ ਰਹੀ ਹੈ ਉਹ ਇੱਕ ਵਾਰ ਆਪਣੇ ਆਪ ਨੂੰ ਜ਼ਰੂਰ ਚੈਸਟ ਸਪੈਸ਼ਲਿਸਟ ਨੂੰ ਦਿਖਾਵੇ। ਐਂਡ ਵੀ ਆਰ ਹੈਵਿੰਗ ਰਾਊਂਡ ਦਾ ਕਲੌਕ ਚੈਸਟ ਸਪੈਸ਼ਲਿਸਟ ਫੈਸਿਲਿਟੀਜ਼ ਅਵੇਲੇਬਲ ਤਾਂ ਕਿ ਅਸੀਂ ਉਹਨੂੰ ਦੇਖ ਪਾਈਏ ਤੇ ਇਗਨੋਰ ਨਾ ਕੀਤਾ ਜਾਵੇ ਆਪਣੀ ਇਹ ਜਿਹੜੀ ਵੀ ਕੋਈ ਵੀ ਬ੍ਰੈਥਲੈਸਨੈਸ ਆ, ਸਾਹ ਦੀ ਦਿੱਕਤ ਆ, ਉਹਨੂੰ ਇਗਨੋਰ ਨਾ ਕਰੋ ਤਾਂ ਕਿ ਟਾਈਮਲੀ ਉਹਦਾ ਡਾਇਗਨੋਸ ਹੋ ਸਕੇ ਤੇ ਟਾਈਮਲੀ ਉਹਦੀ ਟ੍ਰੀਟਮੈਂਟ ਹੋ ਸਕੇ। ਜੇ ਤੁਸੀਂ ਨਹੀਂ ਵੀ ਆ ਸਕਦੇ ਤਾਂ ਐਟਲੀਸਟ ਯੂ ਕੈਨ ਸਕੈਨ ਦਿਸ QR ਕੋਡ ਐਂਡ ਨੋ ਯੂਅਰ ਲੰਗ ਹੈਲਥ। ਠੀਕ ਹੈ ਡਾਕਟਰ।